ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਓਪਨ ਵਰਕ ਪਰਮਿਟ ਵਿੱਚ 2 ਸਾਲਾਂ ਲਈ ਵਾਧਾ। ਓਪਨ ਵਰਕ ਪਰਮਿਟ ਦੇ ਨਾਲ ਜੁੜਿਆ ਇਮੀਗ੍ਰੇਸ਼ਨ ਵਿਭਾਗ ਵੱਲੋਂ ਵੱਡਾ ਐਲਾਨ ਕੀਤਾ ਗਿਆ। ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਓਪਨ ਵਰਕ ਪਰਮਿਟ ਨੂੰ ਅਗਲੇ ਹੋਰ 2 ਸਾਲਾਂ ਵਾਸਤੇ ਵਧਾਇਆ ਜਾ ਰਿਹਾ ਹੈ। ਇਹ ਐਲਾਨ ਹਾਂਗਕਾਂਗ ਦੇ ਨਾਲ ਸੰਬੰਧਿਤ ਲੋਕਾਂ ਵਾਸਤੇ ਕੀਤਾ ਗਿਆ ਹੈ, ਜਿੱਥੇ ਦੱਸਿਆ ਗਿਆ ਕਿ ਕਿਹੜੇ ਇਸ ਵਾਸਤੇ ਐਲੀਜੀਬਲ ਹੋਣਗੇ। ਕੀ ਹੈ ਇਸ ਬਾਰੇ ਪੂਰੀ ਡਿਟੇਲ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਕੈਨੇਡਾ ਤੋਂ ਵਰਕ ਪਰਮਿਟ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਵਰਕ ਪਰਮਿਟ ਦੇ ਵਿੱਚ ਵਾਧਾ ਕੀਤਾ ਗਿਆ ਹੈ। ਜੀ ਹਾਂ, ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਵੱਲੋਂ ਇਸ ਬਾਰੇ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਹਾਂਗਕਾਂਗ ਨੈਸ਼ਨਲਸ ਵਾਸਤੇ ਉਹਨਾਂ ਵੱਲੋਂ ਓਪਨ ਵਰਕ ਪਰਮਿਟ ਦੇ ਜਿਹੜੇ ਆਪਸ਼ਨਸ ਨੇ ਉਹਨਾਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਇਮੀਗ੍ਰੇਸ਼ਨ ਮੰਤਰੀ ਵੱਲੋਂ ਇਸ ਬਾਰੇ ਟੋਰਾਂਟੋ ਵਿੱਚ ਐਲਾਨ ਕੀਤਾ ਗਿਆ। ਦੱਸ ਦਈਏ ਕਿ ਹਾਂਗਕਾਂਗ ਵਾਸਤੇ ਜੋ ਇਮੀਗ੍ਰੇਸ਼ਨ ਵਿਭਾਗ ਵੱਲੋਂ ਓਪਨ ਵਰਕ ਪਰਮਿਟ ਲਿਆਂਦਾ ਗਿਆ ਸੀ, ਉਹ ਹੁਣ ਖਤਮ ਹੋਣ ਜਾ ਰਿਹਾ ਸੀ, ਜਿਸ ਤੋਂ ਬਾਅਦ ਅਗਲੇ 2 ਸਾਲਾਂ ਵਾਸਤੇ ਮੁੜ ਤੋਂ ਵਧਾਉਣ ਦਾ ਐਲਾਨ ਕਰ ਦਿੱਤਾ ਗਿਆ। ਇਸ ਅਧੀਨ ਜਿਹੜੇ ਵੀ ਐਲੀਜੀਬਲ ਹੋਣਗੇ ਉਹਨਾਂ ਵਾਸਤੇ ਜ਼ਰੂਰੀ ਹੈ ਕਿ ਉਹ ਕੈਨੇਡੀਅਨ ਪੋਸਟ ਸੈਕੰਡਰੀ ਡਿਪਲੋਮਾ ਦੇ ਨਾਲ ਗ੍ਰੈਜੂਏਟ ਹੋਣ ਤੇ ਇਹ ਪੋਸਟ ਸੈਕੰਡਰੀ ਡਿਪਲੋਮਾ ਪ੍ਰੋਗਰਾਮ ਘੱਟੋ ਘੱਟ 2 ਸਾਲ ਦਾ ਹੋਣਾ ਜ਼ਰੂਰੀ ਹੈ। ਮੌਜੂਦਾ ਸਮੇਂ ਜਿਹੜੇ ਹਾਂਗਕਾਂਗ ਦੇ ਨਾਲ ਸੰਬੰਧਿਤ ਲੋਕ ਕੈਨੇਡਾ ਵਿੱਚ ਰਹਿ ਰਹੇ ਹਨ, ਜਿਨ੍ਹਾਂ ਵਿੱਚ ਵਿਜ਼ਿਟਰ, ਵਿਦਿਆਰਥੀ ਵਰਕਰ ਸ਼ਾਮਿਲ ਹੈ, ਉਹ ਆਨਲਾਈਨ ਤਰੀਕੇ ਵੀ ਅਪਲਾਈ ਕਰ ਸਕਦੇ ਨੇ। ਮੌਜੂਦਾ ਸਮੇਂ ਹਾਂਗਕਾਂਗ ਤੋਂ ਜਿਨ੍ਹਾਂ ਨੇ ਵੀ ਕੈਨੇਡਾ ਦਾ ਸਫ਼ਰ ਕਰਨਾ ਹੈ, ਉਹਨਾਂ ਵਾਸਤੇ ਜ਼ਰੂਰੀ ਹੈ ਕਿ ਉਹ ਕੋਵਿਡ-19 ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣ। ਇੱਥੇ ਇਹ ਵੀ ਦੱਸ ਦਈਏ ਕਿ ਕੁਝ ਅੰਕੜੇ ਵੀ ਸਾਂਝੇ ਕੀਤੇ ਗਏ, ਜਿਨ੍ਹਾਂ ਤੋਂ ਪਤਾ ਚੱਲਿਆ ਹੈ ਕਿ ਨਵੰਬਰ 2022 ਤੱਕ ਹਾਂਗਕਾਂਗ ਤੋਂ ਆਉਣ ਵਾਲੇ 3750 ਪੀਆਰ ਦਾ ਸਵਾਗਤ ਕੈਨੇਡਾ ਵੱਲੋਂ ਕੀਤਾ ਗਿਆ। ਜਿਸ ਵੇਲੇ ਕੈਨੇਡਾ ਵਿੱਚ ਪੈਂਡੈਮਿਕ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਸੀ, ਉਸ ਦੌਰਾਨ ਵੀ 1000 ਤੋਂ ਵੱਧ ਪੀਆਰ ਹਾਂਗਕਾਂਗ ਤੋਂ ਕੈਨੇਡਾ ਵਿੱਚ ਪਹੁੰਚੇ। ਸਾਲ 2015 ਦੌਰਾਨ 2000 ਤੋਂ ਵੱਧ ਸਟੱਡੀ ਪਰਮਿਟ ਵੀ ਜਾਰੀ ਕੀਤੇ ਗਏ। ਇਸ ਤੋਂ ਬਾਅਦ ਸਾਲ 2021 ਵਿੱਚ ਇਹ ਅੰਕੜਾ ਵੱਧ ਕੇ 6345 ਤੇ ਪਹੁੰਚ ਗਿਆ ਤੇ ਜਨਵਰੀ ਤੋਂ ਨਵੰਬਰ ਤੱਕ ਇਹ ਅੰਕੜਾ 8705 ਦਾ ਸਾਂਝਾ ਕੀਤਾ ਗਿਆ ਹੈ। ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਰਾਹੀਂ ਵੀ ਹਾਂਗਕਾਂਗ ਤੋਂ ਕੁਝ ਲੋਕ ਕੈਨੇਡਾ ਵਿੱਚ ਆਏ ਨੇ। ਸਾਲ 2019 ਤੋਂ ਸਾਲ 2022 ਦੌਰਾਨ ਇਹ ਅੰਕੜਾ 8000 ਤੋਂ ਵੱਧ ਦੱਸਿਆ ਗਿਆ, ਜਦਕਿ ਸਾਲ 2021 ਵਿੱਚ ਗਿਣਤੀ 4005 ਦੀ ਸੀ। ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਹੁਣ ਤੱਕ ਦਾ ਇਹ ਸਭ ਤੋਂ ਖਤਰਨਾਕ ਭੂਚਾਲ ਮੰਨਿਆ ਜਾ ਰਿਹਾ ਹੈ, ਜਿਸ ਵਿੱਚ ਹੁਣ ਤੱਕ ਖਬਰ ਲਿਖੇ ਜਾਣ ਤੱਕ 2000 ਤੋਂ ਵੱਧ ਮੌਤਾਂ ਹੋ ਗਈਆਂ। ਇਸ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਲੋਕ ਮਲਬੇ ਹੇਠਾਂ ਦੱਬੇ ਹੋਣ ਦਾ ਵੀ ਖਦਸ਼ਾ ਹੈ। ਦਰਅਸਲ ਭੂਚਾਲ ਦੇ ਇਹ ਜ਼ਬਰਦਸਤ ਝਟਕੇ ਤੁਰਕੀ ਅਤੇ ਸੀਰੀਆ ਵਿੱਚ ਮਹਿਸੂਸ ਕੀਤੇ ਗਏ, ਜਿੱਥੋਂ ਅਧਿਕਾਰੀਆਂ ਵੱਲੋਂ ਲਗਾਤਾਰ ਅਪਡੇਟ ਜਾਰੀ ਕੀਤੀ ਜਾ ਰਹੀ ਹੈ ਕਿ ਮੌਜੂਦਾ ਸਮੇਂ ਕੀ ਹਾਲਾਤ ਬਣੇ ਹੋਏ ਨੇ। ਅਜਿਹੀ ਸਥਿਤੀ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਮਦਦ ਵਾਸਤੇ ਵੱਡਾ ਐਲਾਨ ਕਰ ਦਿੱਤਾ ਗਿਆ। ਜ਼ਬਰਦਸਤ ਭੂਚਾਲ ਦੇ ਕਾਰਨ 1900 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ। ਇਸ ਤੋਂ ਇਲਾਵਾ ਸੈਂਕੜੇ ਲੋਕ ਮਲਬੇ ਹੇਠਾਂ ਫਸੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਖਬਰ ਤੁਰਕੀ ਤੇ ਸੀਰੀਆ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਖਣੀ ਪੂਰਬੀ ਤੁਰਕੀ ਅਤੇ ਉੱਤਰੀ ਸੀਰੀਆ ਵਿੱਚ ਜੋ ਜ਼ਬਰਦਸਤ ਭੂਚਾਲ ਆਇਆ, ਉਸਨੇ ਭਾਰੀ ਤਬਾਹੀ ਮਚਾ ਦਿੱਤੀ। 7.8 ਤੀਵਰਤਾ ਵਾਲੀ ਇਸ ਭੂਚਾਲ ਵਿੱਚ ਸੈਂਕੜੇ ਹੀ ਲੋਕ ਮਲਬੇ ਹੇਠਾਂ ਫਸ ਗਏ। ਇਸ ਤੋਂ ਇਲਾਵਾ 1900 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੇ ਬਾਰੇ ਵੀ ਅਪਡੇਟ ਸਾਹਮਣੇ ਆ ਰਹੀ ਹੈ। ਅਜੇ ਵੀ ਕਈ ਲੋਕ ਮਲਬੇ ਹੇਠਾਂ ਦੱਬੇ ਹੋਣ ਦੇ ਬਾਰੇ ਲਗਾਤਾਰ ਦੱਸਿਆ ਜਾ ਰਿਹਾ ਹੈ, ਜਿਸ ਕਰਕੇ ਮੌਤਾਂ ਦੀ ਗਿਣਤੀ ਹੋਰ ਵਧਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ। ਦੱਸ ਦਈਏ ਕਿ ਭੂਚਾਲ ਦੇ ਝਟਕੇ ਸਥਾਨਕ ਸਮੇਂ ਮੁਤਾਬਕ ਤੜਕੇ ਵੇਲੇ ਮਹਿਸੂਸ ਕੀਤੇ ਗਏ। ਤੁਰਕੀ ਦੇ ਰਾਸ਼ਟਰਪਤੀ ਨੇ ਇਸ ਬਾਰੇ ਟੀਵੀ ਤੇ ਇੱਕ ਬਿਆਨ ਵੀ ਜਾਰੀ ਕੀਤਾ, ਜਿੱਥੇ ਉਹਨਾਂ ਕਿਹਾ ਕਿ ਬਚਾਅ ਕਰਮਚਾਰੀ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਨੇ ਤੇ ਮਲਬਾ ਹਟਾਉਣ ਵਾਸਤੇ ਕੰਮ ਜਾਰੀ ਹੈ। ਇਸ ਕਰਕੇ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਹੋਰ ਉੱਪਰ ਜਾਣ ਦੀ ਵੀ ਉਹਨਾਂ ਵੱਲੋਂ ਗੱਲ ਕਹੀ ਗਈ ਹੈ। ਇਸ 7.8 ਤੀਵਰਤਾ ਵਾਲੇ ਭੂਚਾਲ ਤੋਂ ਬਾਅਦ ਘੱਟੋ ਘੱਟ 20 ਹੋਰ ਜ਼ਮੀਨੀ ਝਟਕੇ ਮਹਿਸੂਸ ਕੀਤੇ ਜਾ ਚੁੱਕੇ ਨੇ। ਅਮਰੀਕੀ ਭੂ-ਵਿਗਿਆਨੀ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਤੁਰਕੀ ਦੀ ਇੱਕ ਸੂਬਾਈ ਰਾਜਧਾਨੀ ਤੋਂ ਕਰੀਬ 33 ਕਿਲੋਮੀਟਰ ਦੂਰ ਸੀ। ਕੁਝ ਘੰਟਿਆਂ ਬਾਅਦ ਇਸ ਕੇਂਦਰ ਤੋਂ 100 ਕਿਲੋਮੀਟਰ ਦੂਰ 7.5 ਤੀਵਰਤਾ ਵਾਲਾ ਇੱਕ ਹੋਰ ਭੂਚਾਲ ਆਇਆ। ਤੁਰਕੀ ਦੀ ਆਫਤ ਪ੍ਰਬੰਧਨ ਏਜੰਸੀ ਦਾ ਕਹਿਣਾ ਹੈ ਕਿ ਦੇਸ਼ ਦੇ 10 ਸੂਬਿਆਂ ਵਿੱਚ 1100 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 7000 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਦੱਸ ਦਈਏ ਕਿ ਮੌਜੂਦਾ ਸਮੇਂ ਸੀਰੀਆ ਘਰੇਲੂ ਯੁੱਧ ਨਾਲ ਜੂਝ ਰਿਹਾ ਹੈ ਤੇ ਸਰਕਾਰ ਦੇ ਅਧੀਨ ਇਲਾਕਿਆਂ ਵਿੱਚ 430 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ
ਇਸ ਤੋਂ ਇਲਾਵਾ 1280 ਤੋਂ ਵੱਧ ਲੋਕ ਜ਼ਖਮੀ ਹੋਣ ਦੀ ਵੀ ਰਿਪੋਰਟ ਸਾਹਮਣੇ ਆ ਰਹੀ ਹੈ। ਦੇਸ਼ ਦੇ ਬਾਗੀਆਂ ਅਧੀਨ ਉੱਤਰ ਪੱਛਮੀ ਇਲਾਕੇ ਵਿੱਚ 380 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਤੇ ਸੈਂਕੜੇ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ ਕਿਹਾ ਜਾ ਰਿਹਾ ਹੈ ਕਿ ਇਹ ਅੰਕੜਾ ਹੋਰ ਵੀ ਉੱਤੇ ਜਾ ਸਕਦਾ ਹੈ। ਇਸ ਸਾਰੇ ਮਾਮਲੇ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੀ ਇੱਕ ਟਵੀਟ ਸਾਹਮਣੇ ਆਇਆ, ਜਿੱਥੇ ਉਨ੍ਹਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਟਵੀਟ ਕਰਦਿਆਂ ਤੁਰਕੀ ਅਤੇ ਸੀਰੀਆ ਵਿੱਚ ਪ੍ਰਭਾਵਿਤ ਲੋਕਾਂ ਨੂੰ ਆਪਣੀਆਂ ਸੰਵੇਦਨਾਵਾਂ ਭੇਜੀਆਂ ਨੇ। ਉਨ੍ਹਾਂ ਲਿਖਿਆ ਕਿ ਕੈਨੇਡਾ ਇਹਨਾਂ ਮੁਲਕਾਂ ਦੀ ਮਦਦ ਵਾਸਤੇ ਤਿਆਰ ਹੈ। ਅਮਰੀਕਾ, ਰੂਸ, ਜਰਮਨੀ ਅਤੇ ਇਜ਼ਰਾਈਲ ਸਮੇਤ ਕਈ ਦੇਸ਼ਾਂ ਨੇ ਤੁਰਕੀ ਤੇ ਸੀਰੀਆ ਦੀ ਮਦਦ ਦੀ ਪੇਸ਼ਕਸ਼ ਕੀਤੀ ਹੈ। ਕੈਨੇਡਾ ਦੇ ਵਿਦੇਸ਼ ਮੰਤਰੀ ਹੁਣ ਭਾਰਤ ਦੇ ਦੌਰੇ ਦੇ ਉੱਪਰ ਨੇ। 2 ਦਿਨਾਂ ਦਾ ਇਹ ਦੌਰਾ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇੱਥੇ ਉਹਨਾਂ ਵੱਲੋਂ ਭਾਰਤ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ ਜਾਵੇਗੀ, ਜਿੱਥੇ ਕਈ ਮੁੱਦਿਆਂ ਦੇ ਉੱਪਰ ਚਰਚਾ ਹੋਣ ਦੀ ਵੀ ਆਸ ਹੈ। ਇਸ ਨਾਲ ਕਿਹਾ ਜਾ ਰਿਹਾ ਹੈ ਕਿ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਹੋਰ ਵੀ ਮਜ਼ਬੂਤ ਹੋਣਗੇ। ਕੈਨੇਡਾ ਦੀ ਵਿਦੇਸ਼ ਮੰਤਰੀ ਵੱਲੋਂ ਭਾਰਤ ਦਾ 2 ਰੋਜ਼ਾ ਦੌਰਾ ਕੀਤਾ ਜਾ ਰਿਹਾ ਹੈ। ਜੀ ਹਾਂ, ਕੈਨੇਡਾ ਦੀ ਵਿਦੇਸ਼ ਮੰਤਰੀ ਜੋਲੀ ਦਾ 2 ਰੋਜ਼ਾ ਭਾਰਤ ਦੌਰਾ ਸ਼ੁਰੂ ਹੋ ਗਿਆ ਹੈ। ਗਲੋਬਲ ਅਫੇਅਰਸ ਕੈਨੇਡਾ ਨੇ ਇਸ ਦਾ ਐਲਾਨ ਕੀਤਾ ਕਿ ਮਿਨਿਸਟਰ ਜੋਲੀ 6 ਅਤੇ 7 ਫਰਵਰੀ ਨੂੰ ਭਾਰਤ ਦਾ ਦੌਰਾ ਕਰਨਗੇ, ਜਿਸ ਦੌਰਾਨ ਉਹ ਭਾਰਤ ਦੇ ਵਿਦੇਸ਼ ਮੰਤਰੀ ਨਾਲ ਵੀ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਵੱਲੋਂ ਇਸ ਬਾਰੇ ਬਿਆਨ ਜਾਰੀ ਕੀਤਾ ਗਿਆ, ਜਿਸ ਮੁਤਾਬਕ ਜੋਲੀ ਦੀ ਫੇਰੀ ਦਾ ਉਦੇਸ਼ ਦਵੱਲੇ ਸੰਬੰਧਾਂ ਨੂੰ ਡੂੰਘਾ ਕਰਨਾ ਅਤੇ ਮਜ਼ਬੂਤ ਭਾਈਵਾਲ ਨੂੰ ਹੁਲਾਰਾ ਦੇਣਾ ਹੈ। ਬਿਆਨ ਮੁਤਾਬਕ ਦੋਵੇਂ ਦੇਸ਼ ਉਨ੍ਹਾਂ ਪਹਿਲੂਆਂ ਦੀ ਪਹਿਚਾਣ ਕਰਨਗੇ ਜਿੱਥੇ ਕੈਨੇਡਾ ਤੇ ਭਾਰਤ ਦੇ ਸਾਂਝੇ ਹਿੱਤ ਹਨ ਤੇ ਆਲਮੀ ਦੇ ਖੇਤਰ ਮੁੱਦਿਆਂ ਦੇ ਵਧੇਰੇ ਸਹਿਯੋਗ ਬਾਰੇ ਚਰਚਾ ਕੀਤੀ ਜਾਵੇਗੀ, ਖਾਸ ਤੌਰ ਤੇ ਜਦੋਂ ਭਾਰਤ ਇਸ ਸਾਲ G20 ਦੇਸ਼ਾਂ ਦੀ ਪ੍ਰਧਾਨਗੀ ਕਰ ਰਿਹਾ ਹੈ। ਫੈਡਰਲ ਸਰਕਾਰ ਨੇ ਨਵੰਬਰ ਮਹੀਨੇ ਵਿੱਚ ਇੰਡੋ ਪੈਸੀਫਿਕ ਰਣਨੀਤੀ ਲਾਂਚ ਕੀਤੀ, ਜਿਸ ਦਾ ਉਦੇਸ਼ ਇਸ ਖਿੱਤੇ ਦੇ ਦੇਸ਼ਾਂ ਨਾਲ ਜੁੜਨ ਦੀ ਕੈਨੇਡਾ ਦੀ ਯੋਜਨਾ ਨੂੰ ਰੂਪਰੇਖਾ ਤਿਆਰ ਕਰਨਾ ਅਤੇ ਚੀਨ ਨਾਲ ਗਹਿਰੇ ਹੋ ਰਹੇ ਤਣਾਅ ਕਰਕੇ ਚੀਨ ਤੇ ਨਿਰਭਰਤਾ ਨੂੰ ਘਟਾਉਣਾ ਹੈ। ਇਸ ਰਣਨੀਤੀ ਮੁਤਾਬਕ ਕੈਨੇਡਾ ਦਾ ਉਦੇਸ਼ ਡੂੰਘੇ ਵਪਾਰ ਅਤੇ ਇਨਵੈਸਟਮੈਂਟ ਦੇ ਨਾਲ ਹੋਰ ਵੀ ਕਈ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਭਾਰਤ ਨਾਲ ਆਰਥਿਕ ਸੰਬੰਧਾਂ ਨੂੰ ਵਧਾਉਣਾ ਹੈ। ਆਪਣੇ ਭਾਰਤ ਦੌਰੇ ਦੌਰਾਨ ਮਿਨਿਸਟਰ ਜੋਲੀ ਇੰਡੋ ਪੈਸੀਫਿਕ ਰਣਨੀਤੀ ਦੇ ਤਹਿਤ ਭਾਰਤ ਦੇ ਵਪਾਰਕ ਅਤੇ ਸਿਵਲ ਸੁਸਾਇਟੀ ਦੇ ਪ੍ਰਮੁੱਖ ਮੈਂਬਰਾਂ ਨਾਲ ਵੀ ਮੁਲਾਕਾਤ ਕਰਨਗੇ। ਦੱਸ ਦਈਏ ਕਿ ਕੈਨੇਡੀਅਨ ਵਿਦੇਸ਼ ਮੰਤਰਾਲੇ ਵੱਲੋਂ ਇਸ ਬਾਰੇ ਰਿਲੀਜ਼ ਜਾਰੀ ਕੀਤੀ ਗਈ, ਜਿਸ ਮੁਤਾਬਕ ਕੈਨੇਡਾ ਵਿੱਚ ਭਾਰਤੀ ਮੂਲ ਦੇ 1.8 ਮਿਲੀਅਨ ਲੋਕ ਰਹਿੰਦੇ ਨੇ ਤੇ ਭਾਰਤ ਕੈਨੇਡਾ ਆਉਣ ਵਾਲੇ ਪ੍ਰਵਾਸੀਆਂ ਦਾ ਪ੍ਰਮੁੱਖ ਸੋਰਸ ਹੈ। ਸਾਲ 2021 ਵਿੱਚ ਭਾਰਤ ਕੈਨੇਡਾ ਦਾ 13ਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਸੀ ਤੇ ਇਹ ਸੰਬੰਧ ਲਗਾਤਾਰ ਵਧ ਰਹੇ ਨੇ। ਕੈਨੇਡਾ ਅਤੇ ਭਾਰਤ ਦਰਮਿਆਨ ਦੋ-ਪੱਖੀ ਵਿਦੇਸ਼ੀ ਨਿਵੇਸ਼ 4.6 ਬਿਲੀਅਨ ਡਾਲਰ ਦਾ ਹੈ। ਇਸ ਤੋਂ ਇਲਾਵਾ ਭਾਰਤ ਵਿੱਚ ਕੈਨੇਡੀਅਨ ਪੋਰਟਫੋਲੀਓ ਅਤੇ ਇਨਵੈਸਟਮੈਂਟ 70 ਬਿਲੀਅਨ ਤੱਕ ਪਹੁੰਚ ਗਿਆ ਹੈ। ਫੈਡਰਲ ਸਰਕਾਰ ਖਿਲਾਫ ਜਾਂਚ ਦੀ ਮੰਗ ਕੀਤੀ ਗਈ ਹੈ। ਵਿਰੋਧੀ ਪਾਰਟੀਆਂ ਲਗਾਤਾਰ ਇਹ ਮੁੱਦਾ ਚੁੱਕਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ। ਕੰਜ਼ਰਵੇਟਿਵ ਪਾਰਟੀ ਵੱਲੋਂ ਇੱਕ ਵਾਰ ਫਿਰ ਤੋਂ ਆਵਾਜ਼ ਬੁਲੰਦ ਕੀਤੀ ਗਈ। ਦਰਅਸਲ ਇੱਕ ਕੰਟਰੈਕਟ ਜੋ ਫੈਡਰਲ ਸਰਕਾਰ ਵੱਲੋਂ ਦਿੱਤਾ ਗਿਆ, ਉਸ ਤੋਂ ਬਾਅਦ ਫੈਡਰਲ ਸਰਕਾਰ ਕਈ ਤਰ੍ਹਾਂ ਦੇ ਸਵਾਲਾਂ ਦੇ ਵਿੱਚ ਘਿਰ ਗਈ ਹੈ। ਕੰਜ਼ਰਵੇਟਿਵ ਪਾਰਟੀ ਤਾਂ ਲਗਾਤਾਰ ਇਹ ਮੁੱਦਾ ਚੁੱਕ ਰਹੀ ਹੈ। ਲਿਬਰਲ ਸਰਕਾਰ ਦਾ ਇੱਕ ਫੈਸਲਾ ਉਹਨਾਂ ਨੂੰ ਕਾਫੀ ਭਾਰੀ ਪੈ ਰਿਹਾ ਹੈ। ਕੰਜ਼ਰਵੇਟਿਵ ਪਾਰਟੀ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੋਈ ਦਿਖਾਈ ਦੇ ਰਹੀ ਹੈ। ਹਾਲ ਹੀ ਵਿੱਚ ਜਿਹੜੇ ਕੁਝ ਫੈਡਰਲ ਕੰਟਰੈਕਟਸ ਦਿੱਤੇ ਗਏ, ਉਸ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਵੱਲੋਂ ਆਡੀਟਰ ਜਨਰਲ ਨੂੰ ਮੰਗ ਕੀਤੀ ਗਈ ਹੈ ਕਿ ਇਸ ਸੰਬੰਧੀ ਜਾਂਚ ਕੀਤੀ ਜਾਵੇ। ਕੀ ਕਹਿਣਾ ਹੈ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। Gripping the attention of Canadians. We've had new revelations every day, it seems. As we've said in the House, you are the company you keep. McKinsey has had so many scandals around the world. Their involvement with Purdue Pharma, their involvement with the Chinese government, the Saudi government, the Russian government, and yet this is a company that Justin Trudeau chose to go to repeatedly for contracts with the Government of Canada, work that the public service said they could do themselves. Now, the Liberal response to the McKinsey scandal has been to say they're going to have 2 cabinet ministers do an investigation. These are cabinet ministers that would have been responsible for the process all along. We don't believe that Liberals can be trusted to investigate other Liberals. That's why Conservatives are calling for the Auditor General to conduct an independent investigation into what happened with the spending on McKinsey. Conservatives will be moving a motion today in the House, a concurrence motion, to have the House of Commons endorse a recommendation from committee asking the Auditor General to come in and do this investigation.
We don't trust Liberals to investigate themselves. We don't trust the two ministers who are responsible for procurement and for the Treasury Board to be the ones investigating their own conduct in this respect. That's why we think an independent investigation of the Auditor General is important, and we will be moving a motion after question period today asking the House to endorse this call on the Auditor General to conduct the independent investigation. I'll now turn it over to my colleagues. Thank you, Garnet. This motion also calls upon the Auditor General to evaluate these contracts with the lens of value for money and performance. At this moment in time, where Canadians are facing 40% increases in inflation, where 67% of Canadians believe that Canada is broken, Canadians need to see value for money. And we're not convinced that the government got value for money with these McKinsey contracts. We've seen cases of inflating the prices, for instance, where McKinsey has inflated their contract prices up to 193%. We know that 20 of 23 of these contracts were awarded in a non-competitive environment, no competitive process. ਅਪਾਰਟਮੈਂਟ ਵਿੱਚ ਔਰਤ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ। ਇਸ ਦੇ ਨਾਲ ਇੱਕ ਵਿਅਕਤੀ ਵੀ ਜ਼ਖਮੀ ਦੱਸਿਆ ਜਾ ਰਿਹਾ ਹੈ। ਜ਼ਖਮੀ ਵਿਅਕਤੀ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜੇ ਉਹਨਾਂ ਵੱਲੋਂ ਪੀੜਤਾਂ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ ਤੇ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਇੱਥੇ ਇਲਾਜ ਕਿਵੇਂ ਆਏ। ਸਸਪੈਕਟ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਦਿੱਤੀ ਗਈ। ਸਰੀ ਤੋਂ ਇੱਕ ਔਰਤ ਦੀ ਲਾਸ਼ ਮਿਲੀ ਹੈ ਤੇ ਇੱਕ ਵਿਅਕਤੀ ਜ਼ਖਮੀ ਹਾਲਤ ਵਿੱਚ ਮਿਲਣ ਦੀ ਖਬਰ ਸਾਹਮਣੇ ਆਈ। ਆਈਹਿਟ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿੱਥੇ ਉਹਨਾਂ ਦੱਸਿਆ ਕਿ ਸਰੀ ਦੇ ਅਪਾਰਟਮੈਂਟ ਵਿੱਚ ਔਰਤ ਦੀ ਲਾਸ਼ ਮਿਲੀ ਤੇ ਵਿਅਕਤੀ ਜ਼ਖਮੀ ਹਾਲਤ ਵਿੱਚ ਉਹਨਾਂ ਨੂੰ ਮਿਲਿਆ ਹੈ। ਅਧਿਕਾਰੀਆਂ ਦੇ ਦੱਸਣ ਮੁਤਾਬਕ ਇਹ ਮਾਮਲਾ 6:06 ਦੇ ਕਰੀਬ ਸਾਹਮਣੇ ਆਇਆ, ਜਿੱਥੇ ਮੌਕੇ ਵਾਲੀ ਥਾਂ ਤੇ ਸਰੀ ਫਾਇਰ ਸਰਵਿਸ ਨੂੰ ਬੁਲਾਇਆ ਗਿਆ। ਇਸ ਦੌਰਾਨ ਸਰੀ ਫਾਇਰ ਵੱਲੋਂ ਦੇਖਿਆ ਗਿਆ ਕਿ 10A ਐਵੀਨਿਊ ਦੇ 14900 ਬਲਾਕ ਦੇ ਅਪਾਰਟਮੈਂਟ ਵਿੱਚ ਔਰਤ ਅਤੇ ਵਿਅਕਤੀ ਸਨ। ਵਿਅਕਤੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿਸ ਨੂੰ ਸੱਟਾਂ ਆਈਆਂ। ਇਸ ਤੋਂ ਬਾਅਦ ਮੌਕੇ ਵਾਲੀ ਥਾਂ ਤੇ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੂੰ ਬੁਲਾਇਆ ਗਿਆ, ਜਿਨ੍ਹਾਂ ਵੱਲੋਂ ਸਰੀ RCMP ਨਾਲ ਮਿਲ ਕੇ ਇਸ ਮਾਮਲੇ ਦੀ ਵਧੇਰੇ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਪੀੜਤਾ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ ਤੇ ਨਾ ਹੀ ਉਹਨਾਂ ਬਾਰੇ ਕੋਈ ਬਹੁਤੀ ਡਿਟੇਲ ਸਾਂਝੀ ਕੀਤੀ ਗਈ ਹੈ। ਇੱਥੇ ਔਰਤ ਦੀ ਲਾਸ਼ ਕਿਸ ਤਰ੍ਹਾਂ ਪਹੁੰਚੀ ਜਾਂ ਇਸ ਘਟਨਾ ਨਾਲ ਕੌਣ ਸਸਪੈਕਟ ਜੁੜਿਆ ਹੋਇਆ ਹੈ, ਇਸ ਬਾਰੇ ਕੋਈ ਵੀ ਡਿਟੇਲ ਨਹੀਂ ਦੱਸੀ ਗਈ। ਪੁਲਿਸ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਵਧੇਰੇ ਜਾਂਚ ਕਰ ਰਹੇ ਨੇ, ਜਿਸ ਤੋਂ ਬਾਅਦ ਉਹਨਾਂ ਵੱਲੋਂ ਅਗਲੀ ਅਪਡੇਟ ਜਾਰੀ ਕੀਤੀ ਜਾਵੇਗੀ। ਕੈਨੇਡਾ ਵੱਲੋਂ ਅਮਰੀਕਾ ਦਾ ਸਮਰਥਨ ਕੀਤਾ ਗਿਆ। ਦਰਅਸਲ ਪਿਛਲੇ ਦਿਨੀ ਚੀਨ ਦਾ ਇੱਕ ਗੁਬਾਰਾ, ਜਿਸ ਨੂੰ ਇੱਕ ਸਪਾਈ ਬੈਲੂਨ ਦੱਸਿਆ ਜਾ ਰਿਹਾ ਹੈ, ਉਹ ਅਮਰੀਕਾ ਦੀ 에ਅਰ ਸਪੇਸ ਵਿੱਚ ਦਾਖਲ ਹੋ ਗਿਆ। ਅਮਰੀਕਾ ਵੱਲੋਂ ਉਸ ਨੂੰ ਹੇਠਾਂ ਸੁੱਟ ਦਿੱਤਾ ਗਿਆ, ਜਿਸ ਤੋਂ ਬਾਅਦ ਕੈਨੇਡਾ ਨੇ ਇਸ ਫੈਸਲੇ ਦਾ ਸਮਰਥਨ ਕੀਤਾ। ਚਾਈਨਾ ਦੇ ਸਸਪੈਕਟਡ ਸਪਾਈ ਬਲੂਨ ਨੂੰ ਅਮਰੀਕਾ ਵੱਲੋਂ ਹੇਠਾਂ ਸੁੱਟ ਦਿੱਤਾ ਗਿਆ, ਜਿਸ ਤੋਂ ਬਾਅਦ ਕੈਨੇਡਾ ਵੱਲੋਂ ਇਸ ਫੈਸਲੇ ਦਾ ਸਮਰਥਨ ਕੀਤਾ ਗਿਆ। ਇਸ ਸਾਰੇ ਮੁੱਦੇ ਬਾਰੇ ਡਿਫੈਂਸ ਮਿਨਿਸਟਰ ਅਨੀਤਾ ਆਨੰਦ ਦਾ ਵੀ ਇੱਕ ਬਿਆਨ ਸਾਹਮਣੇ ਆਇਆ, ਜਿੱਥੇ ਉਹਨਾਂ ਵੱਲੋਂ ਆਪਣੀ ਸਪੋਰਟ ਦਿੱਤੀ ਗਈ ਹੈ। ਅਨੀਤਾ ਆਨੰਦ ਵੱਲੋਂ ਇਸ ਬਾਰੇ ਬੋਲਦਿਆਂ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਸ ਸਾਰੇ ਮੁੱਦੇ ਦੀ ਜਾਣਕਾਰੀ ਸਾਂਝੀ ਕੀਤੀ ਗਈ। ਦੱਸ ਦਈਏ ਕਿ ਚੀਨ ਦਾ ਇੱਕ ਗੁਬਾਰਾ ਅਮਰੀਕਾ ਦੀ 에ਅਰ ਸਪੇਸ ਵਿੱਚ ਦਾਖਲ ਹੋ ਗਿਆ, ਜਿਸ ਦੇ ਉੱਪਰ ਅਮਰੀਕਾ ਵੱਲੋਂ ਨਜ਼ਰ ਬਣਾਈ ਜਾ ਰਹੀ ਸੀ। ਫਿਰ ਬਾਅਦ ਦੇ ਵਿੱਚ ਇਸ ਨੂੰ ਹੇਠਾਂ ਸੁੱਟ ਦਿੱਤਾ ਗਿਆ, ਜਿਸ ਬਾਰੇ ਚੀਨ ਦਾ ਵੀ ਬਿਆਨ ਸਾਹਮਣੇ ਆਇਆ ਤੇ ਰਾਸ਼ਟਰਪਤੀ ਬਾਈਡਨ ਵੀ ਇਸ ਬਾਰੇ ਗੱਲ ਕਰਦੇ ਹੋਏ ਦਿਖਾਈ ਦਿੱਤੇ। On Wednesday as soon as possible. They decided, without doing damage to anyone on the ground, they decided that the best time to do that was we got over water outside within 12-mile limit. They successfully took it down, and I want to compliment our aviators who did it, and we'll have more to report on this a little later. Thank you. President, what did you say about China? What's your message to China? You're saying the recommendation was from your national. I told them to shoot it down on Wednesday. But the recommendation. They said to me, let's wait for the safest place to do it. ਜਿਮ ਦੇ ਬਾਹਰ ਵਾਹਨ ਵਿੱਚ ਬੈਠੀ ਔਰਤ ਦੇ ਉੱਪਰ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ। ਗੋਲੀ ਔਰਤ ਦੇ ਸਿਰ ਉੱਪਰ ਲੱਗੀ ਹੈ, ਜਿਸ ਤੋਂ ਬਾਅਦ ਉਸ ਦੀ ਹਾਲਤ ਮੌਜੂਦਾ ਸਮੇਂ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਪਰ ਸਸਪੈਕਟ ਬਾਰੇ ਅਜੇ ਬਹੁਤੀ ਡਿਟੇਲ ਜਨਤਕ ਨਹੀਂ ਕੀਤੀ ਗਈ। ਜਿਮ ਦੇ ਬਾਹਰ ਵਾਹਨ ਵਿੱਚ ਬੈਠੀ ਔਰਤ ਦੇ ਉੱਪਰ ਗੋਲੀ ਚਲਾਈ ਗਈ, ਜਿਸ ਦੀ ਪੁਲਿਸ ਅਧਿਕਾਰੀਆਂ ਵੱਲੋਂ ਅਪਡੇਟ ਜਾਰੀ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਔਰਤ ਬਰਲਿੰਗਟਨ ਜਿਮ ਦੇ ਬਾਹਰ ਵਾਹਨ ਵਿੱਚ ਬੈਠੀ ਹੋਈ ਸੀ, ਜਿਸ ਵੇਲੇ ਉਸ ਦੇ ਸਿਰ ਉੱਪਰ ਗੋਲੀ ਚਲਾ ਦਿੱਤੀ ਗਈ। ਇਸ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਔਰਤ ਉੱਪਰ
ਕਈ ਰਾਉਂਡ ਫਾਇਰ ਚਲਾਏ ਗਏ, ਜਿਨ੍ਹਾਂ ਵਿੱਚੋਂ ਇੱਕ ਗੋਲੀ ਉਸਦੇ ਸਿਰ ਤੇ ਲੱਗ ਗਈ। ਪੁਲਿਸ ਅਤੇ ਪੈਰਾਮੈਡਿਕਸ ਮੌਕੇ ਵਾਲੀ ਥਾਂ ਤੇ ਉੱਪਰ ਪਹੁੰਚੇ ਤੇ ਉਹਨਾਂ ਨੇ ਪੀੜਤ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ। ਮੌਜੂਦਾ ਸਮੇਂ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਸ ਘਟਨਾ ਨਾਲ ਜੁੜੇ ਹੋਏ ਸਸਪੈਕਟ ਦੀ ਕੋਈ ਬਹੁਤੀ ਡਿਟੇਲ ਅਜੇ ਜਨਤਕ ਨਹੀਂ ਕੀਤੀ ਗਈ। ਸਸਪੈਕਟ ਵੱਲੋਂ ਔਰਤ ਦੇ ਵੱਲ ਗੋਲੀ ਕਿਉਂ ਚਲਾਈ ਗਈ, ਇਸ ਦੇ ਕਾਰਨ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੀੜਤ ਦੀ ਪਹਿਚਾਣ ਵੀ ਜਨਤਕ ਨਹੀਂ ਕੀਤੀ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਨੇ, ਜਿਸ ਤੋਂ ਬਾਅਦ ਅਗਲੀ ਅਪਡੇਟ ਉਹਨਾਂ ਵੱਲੋਂ ਦਿੱਤੀ ਜਾਵੇਗੀ। ਹੁਣ ਤੱਕ ਦੀ ਜਾਣਕਾਰੀ ਵਿੱਚ ਇਹਨਾਂ तमाम ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਸਿਹਤ ਦਾ ਮੁੱਦਾ ਇੱਕ ਵਾਰ ਫਿਰ ਤੋਂ ਚੁੱਕਿਆ ਗਿਆ। ਉਹਨਾਂ ਵੱਲੋਂ ਸੋਸ਼ਲ ਮੀਡੀਆ ਉੱਪਰ ਆਪਣੀ ਆਵਾਜ਼ ਬੁਲੰਦ ਕੀਤੀ ਗਈ। ਪਹਿਲਾਂ ਵੀ ਇਸ ਬਾਰੇ ਲਗਾਤਾਰ ਉਹ ਆਪਣਾ ਪੱਖ ਰੱਖਦੇ ਹੋਏ ਦਿਖਾਈ ਦਿੱਤੇ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਇੱਕ ਵਾਰ ਫਿਰ ਤੋਂ ਵੱਡਾ ਮੁੱਦਾ ਚੁੱਕਿਆ ਗਿਆ ਹੈ। ਉਹਨਾਂ ਵੱਲੋਂ ਖੁਦ ਦੇ ਸੋਸ਼ਲ ਮੀਡੀਆ ਪਲੇਟਫਾਰਮ ਉੱਪਰ ਵੀ ਇਸ ਬਾਰੇ ਆਵਾਜ਼ ਚੁੱਕੀ ਹੈ, ਜਿੱਥੇ ਉਹਨਾਂ ਨੇ ਸਿਹਤ ਸੰਕਟ ਦਾ ਜ਼ਿਕਰ ਕੀਤਾ। ਦੱਸ ਦਈਏ ਕਿ ਜਗਮੀਤ ਸਿੰਘ ਇਸ ਬਾਰੇ ਲਗਾਤਾਰ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਨੇ। ਪਹਿਲਾਂ ਉਹਨਾਂ ਵੱਲੋਂ ਇਸ ਸੰਬੰਧੀ ਪਾਰਲੀਮੈਂਟ ਵਿੱਚ ਐਮਰਜੈਂਸੀ ਡਿਬੇਟ ਕਰਵਾਉਣ ਦੀ ਵੀ ਮੰਗ ਕੀਤੀ ਸੀ, ਪਰ ਇਸ ਨੂੰ ਰੱਦ ਕਰ ਦਿੱਤਾ ਗਿਆ। ਤੇ ਹੁਣ ਇਸ ਬਾਰੇ ਇੱਕ ਵਾਰ ਫਿਰ ਤੋਂ ਜਗਮੀਤ ਸਿੰਘ ਬੋਲੇ ਨੇ। ਕੀ ਕਹਿਣਾ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। $100 million to help Canadians. The Prime Minister spent $100 million to give contracts to his friends at McKinsey. This is millions of dollars to a firm that advised American hospitals how to maximize profits by billing sick patients. This is the firm that advised Purdue Pharma how to sell more opioids. Why is the Prime Minister spending millions of dollars on his friends rather than spending on helping Canadians through this difficult time? Right Honourable Prime Minister. While for-profit health corporations like Maple get away with charging Canadians credit cards to access healthcare, Mr. Trudeau turns his back and pretends not to see. While Daniel Smith and Doug Ford and Heather Stephenson launch a mission to privatize public universal Canadian healthcare, Justin Trudeau does nothing, and Pierre Poilievre cheers them on. In fact, the Prime Minister has an opportunity right now to protect Medicare. While negotiating funding with the provinces, we all agree there should be strings attached, of course. I think one of those conditions has to be straight up no privatization. ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਵੱਲੋਂ ਵਰਕਰਾਂ ਨਾਲ ਮੁਲਾਕਾਤ ਕੀਤੀ ਗਈ ਹੈ, ਜਿਸ ਤੋਂ ਬਾਅਦ ਉਹਨਾਂ ਨੇ ਪ੍ਰੈਸ ਕਾਨਫਰੰਸ ਕਰ ਇਸ ਬਾਰੇ ਸਾਰੀ ਜਾਣਕਾਰੀ ਸਾਂਝੀ ਕੀਤੀ। ਹੁਣ ਵਰਕਰਾਂ ਨਾਲ ਕੀ ਮੁਲਾਕਾਤ ਦੇ ਵਿੱਚ ਖਾਸ ਨਿਕਲ ਕੇ ਸਾਹਮਣੇ ਆਇਆ, ਉਹਨਾਂ ਵੱਲੋਂ ਸਾਂਝਾ ਕੀਤਾ ਗਿਆ। ਕੈਨੇਡਾ ਦੀ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਆਪਣੇ ਵਿਚਾਰ ਸਾਂਝੇ ਕੀਤੇ ਗਏ। ਵਿੰਡਸਰ ਵਿੱਚ ਫਰੀਲੈਂਡ ਮੌਜੂਦ ਸਨ, ਜਿੱਥੇ ਉਹਨਾਂ ਵੱਲੋਂ ਖਾਸ ਗੱਲਾਂ ਦਾ ਜ਼ਿਕਰ ਕੀਤਾ ਗਿਆ। ਦਰਅਸਲ ਮੈਨੂਫੈਕਚਰਿੰਗ ਤੇ ਟੈਕਨੋਲੋਜੀ ਵਰਕਰਸ ਨਾਲ ਫਰੀਲੈਂਡ ਵੱਲੋਂ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਦੌਰਾਨ ਕਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ, ਇਹ ਉਹਨਾਂ ਵੱਲੋਂ ਦੱਸਿਆ ਗਿਆ। I think it's a little bit unfair that Diane didn't get that little step also. You don't need it, Eric, but well, look, let me just start by saying, Eric, thank you very, very much for those nice words. But above all, Diane, and to the people here at RICO International, thank you very much for the time you shared with me today, including taking a break from playing cards over lunch to talk to me about the amazing work you do. I want to say to you, Diane, thanks for the nice things you said about me. But in my view, real courage is the courage people like your father showed and show every day in leaving repressive regimes and doing the very brave thing of starting a new life in Canada. And your father is such a great example of a person who came here and, exactly as you said, built something really, really wonderful. And thank you so much for continuing to build on his work. And I really do want to thank everyone who took the time to talk to me today. It was so inspiring to see the work you are doing, to see the way you are embracing the future, to see the way you are embracing automation, to see the way that you are building the machines that companies around the world are going to use.
I am so proud that you're doing that here in Canada. And it is really heartwarming to see that you're doing it in a really mutually supportive community. So thanks a lot. ਕੈਨੇਡਾ ਵਿੱਚ ਬਹੁਤੇ ਲੋਕ ਚਾਹੁੰਦੇ ਨੇ ਕਿ ਪ੍ਰਾਈਵੇਟ ਹੈਲਥ ਕੇਅਰ ਹੋਣੀ ਚਾਹੀਦੀ ਹੈ। ਇਸ ਬਾਰੇ ਇਪਸੋਸ ਵੱਲੋਂ ਇੱਕ ਪੋਲ ਕਰਵਾਇਆ ਗਿਆ ਜਿਸ ਤੋਂ ਕਾਫੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ। ਬਹੁਤੇ ਲੋਕਾਂ ਨੇ ਇਹੀ ਕਿਹਾ ਕਿ ਉਹ ਚਾਹੁੰਦੇ ਨੇ ਕਿ ਪ੍ਰਾਈਵੇਟ ਹੈਲਥ ਕੇਅਰ ਸਿਸਟਮ ਹੋਣਾ ਚਾਹੀਦਾ ਹੈ। ਜ਼ਿਆਦਾਤਰ ਕੈਨੇਡੀਅਨਸ ਚਾਹੁੰਦੇ ਹਨ ਕਿ ਉਹਨਾਂ ਕੋਲ ਹੈਲਥ ਕੇਅਰ ਦਾ ਪ੍ਰਾਈਵੇਟ ਵਿਕਲਪ ਹੋਵੇ। ਇਸ ਬਾਰੇ ਇੱਕ ਪੋਲ ਤੋਂ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਜ਼ਿਆਦਾਤਰ ਕੈਨੇਡੀਅਨਸ ਨੇ ਇਹੀ ਮੰਗ ਕੀਤੀ। ਦਰਅਸਲ ਇਪਸੋਸ ਵੱਲੋਂ ਇੱਕ ਪੋਲ ਕਰਵਾਇਆ ਗਿਆ। ਇਹ ਪੋਲ 19 ਜਨਵਰੀ ਤੋਂ 23 ਜਨਵਰੀ ਵਿਚਕਾਰ ਕਰਵਾਇਆ ਗਿਆ ਜਿਸ ਮੁਤਾਬਕ 59% ਲੋਕਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਕੋਲ ਹੈਲਥ ਕੇਅਰ ਵਾਸਤੇ ਪ੍ਰਾਈਵੇਟ ਵਿਕਲਪ ਹੋਣਾ ਚਾਹੀਦਾ ਹੈ। ਇਸ ਸਰਵੇ ਵਿੱਚ 1001 ਅਡਲਟਸ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਹਨ। ਲਗਭਗ 60% ਲੋਕ ਇਸ ਹੱਕ ਦੇ ਵਿੱਚ ਦਿਖਾਈ ਦਿੱਤੇ ਕਿ ਪ੍ਰਾਈਵੇਟ ਹੈਲਥ ਕੇਅਰ ਹੋਣੀ ਚਾਹੀਦੀ ਹੈ। ਇਸ ਬਾਰੇ ਇਪਸਸ ਪਬਲਿਕ ਅਫੇਅਰਸ ਦੇ CEO ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ ਨੇ। ਦੱਸੀਏ ਕਿ ਇਸ ਸਮੇਂ ਹੈਲਥ ਕੇਅਰ ਦਾ ਮੁੱਦਾ ਕੈਨੇਡਾ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਨੂੰ ਲੈ ਕੇ ਨੇਤਾ ਅਤੇ ਲੋਕ ਆਪਣੇ ਆਪਣੇ ਵਿਚਾਰ ਸਾਂਝੇ ਕਰ ਰਹੇ ਨੇ। We've come out at the other end with people feeling much less confident in the ability of the healthcare system to deliver the services they may need when they need them. What happened to healthcare is it's moved from being a long-term issue to being something that's much more immediate. Well, it just shows how desperate they are to get good healthcare services in a timely way. ਰਾਜ ਗਰੇਵਾਲ ਵੱਲੋਂ ਆਪਣੇ ਦੋਸ਼ਾਂ ਨੂੰ ਖਾਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਦੇ ਵਕੀਲ ਵੱਲੋਂ ਵੀ ਆਪਣਾ ਪੱਖ ਰੱਖਿਆ ਗਿਆ। ਰਾਜ ਗਰੇਵਾਲ ਦੇ ਉੱਪਰ ਜੋ ਦੋਸ਼ ਲੱਗੇ ਨੇ ਉਹਨਾਂ ਨੂੰ ਹੁਣ ਖਾਰਜ ਕਰਨ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਇਸ ਬਾਰੇ ਕੀ ਹੈ ਪੂਰੀ ਡਿਟੇਲ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਸਾਬਕਾ ਲਿਬਰਲ MP ਰਾਜ ਗਰੇਵਾਲ ਤੇ ਜਿਹੜੇ ਦੋਸ਼ ਲੱਗੇ ਨੇ ਉਹਨਾਂ ਨੂੰ ਖਾਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਜੀ ਹਾਂ, ਰਾਜ ਗਰੇਵਾਲ ਓਨਟਾਰੀਓ ਦੀ ਅਦਾਲਤ ਵਿੱਚ ਆਪਣੇ ਦਫ਼ਤਰ ਦੇ ਸਮੇਂ ਨਾਲ ਜੁੜੇ 2 ਅਪਰਾਧਿਕ ਦੋਸ਼ਾਂ ਨੂੰ ਖਾਰਜ ਕਰਨ ਦੀ ਮੰਗ ਕਰ ਰਹੇ ਨੇ। ਰਾਜ ਗਰੇਵਾਲ ਦੇ ਵਕੀਲ ਦੁਆਰਾ ਦਲੀਲ ਦਿੱਤੇ ਜਾਣ ਦੀ ਉਮੀਦ ਹੈ ਕਿ ਸਰਕਾਰੀ ਵਕੀਲ ਨੇ ਉਹਨਾਂ ਨੂੰ ਭਰੋਸੇ ਦੀ ਉਲੰਘਣਾ ਦਾ ਦੋਸ਼ੀ ਠਹਿਰਾਉਣ ਵਾਸਤੇ ਲੋੜੀਂਦੇ ਸਬੂਤ ਪੇਸ਼ ਨਹੀਂ ਕੀਤੇ। ਸਰਕਾਰੀ ਵਕੀਲ ਨੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਰਾਜ ਗਰੇਵਾਲ ਨੇ ਆਪਣੇ ਨਿੱਜੀ ਲਾਭ ਵਾਸਤੇ ਸਿਆਸੀ ਅਹੁਦੇ ਦੀ ਵਰਤੋਂ ਕੀਤੀ ਸੀ। ਉਹਨਾਂ ਤੇ ਇਲਜ਼ਾਮ ਲਗਾਇਆ ਕਿ ਉਹਨਾਂ ਨੇ ਇਮੀਗ੍ਰੇਸ਼ਨ ਫਾਈਲਾਂ ਵਿੱਚ ਮਦਦ ਤੋਂ ਲੈ ਕੇ ਪ੍ਰਧਾਨ ਮੰਤਰੀ ਦੇ ਸਮਾਗਮਾਂ ਤੱਕ ਪਹੁੰਚ ਮੁਹੱਈਆ ਕਰਵਾਉਣ ਦੇ ਬਦਲੇ ਵੱਡੇ ਲੋਨ ਹਾਸਲ ਕੀਤੇ ਜੋ ਕਿ ਉਹਨਾਂ ਦੇ ਜੂਏਬਾਜ਼ੀ ਦੇ ਕਰਜ਼ੇ ਵਿੱਚ ਸ਼ਾਮਿਲ ਹੋਏ ਸਨ। ਪਰ ਉਹਨਾਂ ਦੇ ਵਕੀਲ ਵੱਲੋਂ ਦਾਇਰ ਡਾਕੂਮੈਂਟਸ ਵਿੱਚ ਦਲੀਲ ਦਿੱਤੀ ਗਈ ਸੀ ਕਿ ਉਹਨਾਂ ਦਾ ਵਿਵਹਾਰ ਗੈਰ ਅਪਰਾਧਿਕ ਸ਼੍ਰੇਣੀ ਵਿੱਚ ਆਉਂਦਾ ਹੈ ਤੇ ਕਾਨੂੰਨ ਦੇ ਕੇਸ ਵਿੱਚ ਕੋਈ ਦਮ ਨਹੀਂ ਹੈ। ਰਾਜ ਦੇ ਵਕੀਲ ਨਾਦਰ ਨੇ ਡਾਕੂਮੈਂਟਸ ਵਿੱਚ ਕਿਹਾ ਕਿ ਕਿਸੇ ਭ੍ਰਿਸ਼ਟ ਮਕਸਦ ਵਾਸਤੇ ਆਪਣੇ ਅਧਿਕਾਰਤ ਰੁਤਬੇ ਦੀ ਦੁਰਵਰਤੋਂ ਕਰਨ ਅਤੇ ਦਫ਼ਤਰ ਵਿੱਚ ਸੇਵਾ ਨਿਭਾਉਂਦੇ ਸਮੇਂ ਗਲਤੀ ਕਰਨ ਵਿੱਚ ਅੰਤਰ ਹੈ। ਗਰੇਵਾਲ ਵੱਲੋਂ ਆਪਣੇ ਜੂਏਬਾਜ਼ੀ ਦੀ ਆਦਤ ਜਨਤਕ ਹੋਣ ਤੋਂ ਬਾਅਦ ਸਾਲ 2018 ਵਿੱਚ ਲਿਬਰਲ ਕਾਕਸ ਦੇ ਮੈਂਬਰ ਵਜੋਂ ਅਸਤੀਫਾ ਦੇ ਦਿੱਤਾ ਸੀ ਤੇ ਉਹਨਾਂ ਨੇ ਦੁਬਾਰਾ ਚੋਣ ਨਹੀਂ ਲੜੀ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਓਪਨ ਵਰਕ ਪਰਮਿਟ ਵਿੱਚ 2 ਸਾਲਾਂ ਲਈ ਵਾਧਾ, ਇਮੀਗ੍ਰੇਸ਼ਨ ਵਿਭਾਗ ਦਾ ਵੱਡਾ ਐਲਾਨ। ਫੈਡਰਲ ਸਰਕਾਰ ਖਿਲਾਫ ਜਾਂਚ ਦੀ ਮੰਗ, ਵਿਰੋਧੀ ਪਾਰਟੀਆਂ ਨੇ ਚੁੱਕਿਆ ਮੁੱਦਾ। ਅਪਾਰਟਮੈਂਟ ਵਿੱਚ ਮਿਲੀ ਔਰਤ ਦੀ ਲਾਸ਼, ਇੱਕ ਵਿਅਕਤੀ ਵੀ ਦੱਸਿਆ ਗਿਆ ਜ਼ਖਮੀ। ਕੈਨੇਡਾ ਨੇ ਕੀਤਾ ਅਮਰੀਕਾ ਦਾ ਸਮਰਥਨ, ਅਮਰੀਕਾ ਨੇ ਕੀਤੀ ਚੀਨ ਖਿਲਾਫ ਕਾਰਵਾਈ। ਜ਼ਬਰਦਸਤ ਭੂਚਾਲ ਲਈ 2000 ਤੋਂ ਵੱਧ ਲੋਕਾਂ ਦੀ ਜਾਨ, ਸੈਂਕੜੇ ਲੋਕਾਂ ਦੇ ਮਲਬੇ ਹੇਠ ਫਸੇ ਹੋਣ ਦਾ ਖਦਸ਼ਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।